ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਰਿਵਾਈਵਲ ਦੇ ਰੋਡ ਮੈਪ ਦੀ, ਜਾਂ ਇਹ ਕਹਿ ਲਓ ਕਿ ਰਿਵਾਈਵਲ ਦੇ ਫਾਰਮੂਲੇ ਦੀ। ਗੱਲ ਅਕਾਲੀ ਦਲ ਦੀ ਕਰਾਂਗੇ। ਅਕਾਲੀ ਦਲ ਸਿਆਸੀ ਤੌਰ ਤੇ ਇਸ ਸਮੇਂ ਮੁਸ਼ਕਿਲ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਤੇ ਇਸ ਮੁਸ਼ਕਿਲ ਦੌਰ ਦੇ ਵਿੱਚੋਂ ਨਿਕਲਣ ਦੇ ਲਈ, ਬਾਹਰ ਆਉਣ ਦੇ ਲਈ ਸਿੱਧੇ ਤੌਰ ਦੇ ਉੱਤੇ ਜਥੇਦਾਰ ਸਾਹਿਬ ਦੇ ਵੱਲੋਂ ਸਲਾਹ ਵੀ ਦਿੱਤੀ ਜਾ ਰਹੀ ਹੈ ਤੇ ਸਲਾਹ ਦਿੱਤੀ ਜਾ ਰਹੀ ਹੈ ਕਿ ਅਕਾਲੀ ਦਲ ਧਰਮ ਦੇ ਉੱਤੇ ਫੋਕਸ ਕਰੇ ਤੇ ਸੱਤਾ ਖੁਦ ਬ ਖੁਦ ਮਿਲ ਜਾਏਗੀ। ਜਥੇਦਾਰ ਸਾਹਿਬ ਨੇ ਅਕਾਲੀ ਦਲ ਨੂੰ ਸਲਾਹ ਦਿੱਤੀ ਤਾਂ ਕੇਂਦਰ ਦੇ ਉੱਤੇ ਵੀ, ਕੇਂਦਰ ਦੀ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਕੇਂਦਰ ਨੇ ਸੂਬਿਆਂ ਦੀਆਂ ਸਰਕਾਰਾਂ ਨੂੰ ਇੱਕ ਤਰੀਕੇ ਨਾਲ ਮਿਊਨਿਸਪੈਲਿਟੀ ਬਣਾ ਦਿੱਤਾ ਹੈ, ਪੱਲੇ ਕੁਝ ਨਹੀਂ ਛੱਡਿਆ। ਖੈਰ, ਅਕਾਲੀ ਦਲ ਦੀ ਗੱਲ ਕਰੀਏ ਤਾਂ ਆਖਿਰ ਜਥੇਦਾਰ ਸਾਹਿਬ ਨੂੰ ਅਕਾਲੀ ਦਲ ਨੂੰ ਸਲਾਹ ਦੇਣ ਦੀ ਜ਼ਰੂਰਤ ਕਿਉਂ ਪਈ ਤੇ ਕੀ ਅਕਾਲੀ ਦਲ ਦੇ ਵੱਲੋਂ ਧਰਮ ਨੂੰ ਬਾਈਪਾਸ ਕਰਕੇ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕੀ ਜਥੇਦਾਰ ਸਾਹਿਬ ਜੋ ਸਲਾਹ ਦੇ ਰਹੇ ਨੇ ਉਹ ਸਲਾਹ ਦੇ ਉੱਤੇ ਹੁਣ ਅਕਾਲੀ ਦਲ ਫੋਕਸ ਕਰੇਗਾ ਤੇ ਕੀ ਜਥੇਦਾਰ ਸਾਹਿਬ ਦਾ ਬਿਆਨ ਐਸਜੀਪੀਸੀ ਚੋਣਾਂ ਦੇ ਜਲਦ ਹੋਣ ਵਾਲੇ ਪਾਸੇ ਵੀ ਇਸ਼ਾਰਾ ਕਰ ਰਿਹਾ ਹੈ? ਅੱਜ ਚਰਚਾ ਇਸ ਮੁੱਦੇ ਉੱਤੇ ਹੀ, ਜੋ ਜਥੇਦਾਰ ਸਾਹਿਬ ਦੇ ਵੱਲੋਂ ਅਕਾਲੀ ਦਲ ਨੂੰ ਰਿਵਾਈਵਲ ਯਾਨੀ ਵਾਪਸੀ ਦਾ ਰੋਡ ਮੈਪ ਦੱਸਿਆ ਜਾ ਰਿਹਾ ਹੈ। ਪੰਜਾਬ ਦੀ ਸੱਤਾ ਅਕਾਲੀ ਦਲ ਦੇ ਹੱਥੋਂ ਨਿਕਲ ਚੁੱਕੀ ਹੈ। ਸਿਆਸੀ ਜ਼ਮੀਨ ਵੀ ਕਮਜ਼ੋਰ ਹੋਈ ਹੈ। ਧਾਰਮਿਕ ਖੇਤਰ ਦੇ ਵਿੱਚ ਐਸਜੀਪੀਸੀ ਅਕਾਲੀ ਦਲ ਦੀ ਢਾਲ ਬਣੀ ਹੋਈ ਹੈ। ਪਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਕਾਲੀ ਦਲ ਦੇ ਲੀਡਰਾਂ ਨੂੰ ਨਸੀਹਤ ਦਿੱਤੀ ਹੈ। ਸਿਆਸੀ ਪਹੁੰਚ ਦੀ ਥਾਂ ਧਾਰਮਿਕ ਪਹੁੰਚ ਅਪਣਾਉਣ ਦਾ ਸੁਨੇਹਾ ਦਿੱਤਾ ਹੈ। ਜਥੇਦਾਰ ਨੇ ਅਕਾਲੀ ਦਲ ਨੂੰ ਸਲਾਹ ਦਿੱਤੀ ਹੈ ਕਿ ਅਕਾਲੀ ਦਲ ਨੇ ਜੇਕਰ ਆਪਣਾ ਵਜੂਦ ਬਚਾਉਣਾ ਹੈ ਤਾਂ ਸਿਆਸੀ ਮੋਹ ਛੱਡ ਕੇ ਪੰਥ ਦੇ ਪ੍ਰਚਾਰ ਤੇ ਲੱਗਣਾ ਹੋਵੇਗਾ। ਔਰ ਇੱਥੇ ਮੰਚ ਦੇ ਉੱਤੇ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ। ਮੈਂ ਇਹਨਾਂ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਅੱਜ ਜਿਹੜੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ, ਉਹ ਇਹ ਹੈ ਕਿ ਜੇ ਉਹਨੇ ਆਪਣਾ ਵਜੂਦ ਬਚਾਉਣਾ ਹੈ, ਜੇ ਆਪਣੀ ਹੋਂਦ ਬਚਾਉਣੀ ਹੈ, ਤੇ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵੱਲ ਧਿਆਨ ਜਿਹੜਾ ਹੈ ਆਪਣਾ ਕੇਂਦਰਿਤ ਕਰੇ। ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਜਿਹੜਾ ਹੈ ਆਪਣਾ ਮਕਸਦ ਤਿਆਗ ਕੇ ਪੰਥ ਦੇ ਭਲੇ ਲਈ, ਸਿੱਖੀ ਦੇ ਪ੍ਰਚਾਰ ਦੇ ਲਈ ਅਕਾਲੀ ਜਿਹੜੇ ਹੈ ਉਹ ਪਿੰਡਾਂ ਦੇ ਵਿੱਚ ਜੂਝਣੇ ਸ਼ੁਰੂ ਕਰਨ। ਜਥੇਦਾਰ ਨੇ ਅਕਾਲੀ ਦਲ ਨੂੰ ਇਹ ਵੀ ਸਵਾਲ ਪੁੱਛਿਆ ਕਿ ਜੇਕਰ ਸਰਕਾਰ ਬਣਾ ਵੀ ਲਈ ਤਾਂ ਵੀ ਕੀ ਹੋਵੇਗਾ, ਕਿਉਂਕਿ ਕੇਂਦਰ ਨੇ ਅੱਜ ਮੁੱਖ ਮੰਤਰੀਆਂ ਦੀ ਹੈਸੀਅਤ ਹੀ ਕੀ ਛੱਡੀ ਹੈ। ਕੀ ਕਰਾਂਗੇ ਸਰਕਾਰ ਬਣਾ ਕੇ? ਜੇ ਪੰਜਾਬ 'ਚ ਸਰਕਾਰ ਬਣ ਗਈ, ਮੁੱਖ ਮੰਤਰੀ ਬਣ ਗਏ, ਮੁੱਖ ਮੰਤਰੀ ਦੀ ਹੈਸੀਅਤ ਕੀ ਹੈ? ਪੂਰੇ ਭਾਰਤ ਦੇ ਅੰਦਰ ਇਹ ਸਾਰੇ ਸੂਬਿਆਂ ਦੇ ਲੋਕ ਜਿਹੜੇ ਆ ਉਹ ਜਾਣ ਚੁੱਕੇ ਆ। ਕੇਂਦਰ ਸਰਕਾਰ ਨੇ ਅਧਿਕਾਰ ਖੋ ਕੇ ਇੱਕ ਸਟੇਟਾਂ ਨੂੰ ਜਿਹੜਾ ਹੈ ਉਹ ਮਿਊਨਿਸਪੈਲਿਟੀ ਕਮੇਟੀ ਨਾਲੋਂ ਵੀ ਜਿਹੜਾ ਉਹ ਭੈੜੇ ਕਰ ਦਿੱਤਾ ਹੈ। ਹਾਲਾਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਲੜਨ ਦੀ ਖੁੱਲ੍ਹ ਤਾਂ ਦਿੱਤੀ, ਪਰ ਨਾਲ ਮਕਸਦ ਵੀ ਸਮਝਾਇਆ। ਮੈਂ ਨਹੀਂ ਕਹਿੰਦਾ ਕਿ ਵਿਧਾਨ ਸਭਾ ਦੇ ਇਲੈਕਸ਼ਨ ਨਾ ਲੜੋ, ਲੋਕ ਸਭਾ ਦੇ ਇਲੈਕਸ਼ਨ ਨਾ ਲੜੋ। ਮਕਸਦ ਜਿਹੜਾ ਹੈ ਉਹ ਸਰਕਾਰ ਬਣਾਉਣਾ ਨਹੀਂ ਹੋਣਾ ਚਾਹੀਦਾ। ਮਕਸਦ ਜਿਹੜਾ ਹੈ ਉਹ ਗੁਰਧਾਮਾਂ ਦੀ ਸੇਵਾ, ਮਕਸਦ ਜਿਹੜਾ ਹੈ ਉਹ ਪੰਥ ਦਾ ਪ੍ਰਚਾਰ, ਮਕਸਦ ਜਿਹੜਾ ਹੈ ਉਹ ਕੌਮ ਨੂੰ ਵੱਧ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਨਾਲ ਜੋੜਨਾ। ਅੱਜ ਅਕਾਲੀ ਜਿਹੜਾ ਹੈ ਉਹ ਗੁਰੂ ਦਾ ਝੰਡਾ ਚੁੱਕ ਲਏ ਤੇ ਗੁਰੂ ਜਿਹੜਾ ਹੈ ਅਕਾਲੀਆਂ ਨੂੰ ਅਸਮਾਨ ਦੇ ਉੱਤੇ ਪਹੁੰਚਾ ਦਊਗਾ, ਇਹ ਗਰੰਟੀ ਹੈ। ਪੰਜਾਬ ਦੀ ਸੱਤਾ ਤੇ ਲਗਾਤਾਰ 10 ਸਾਲ ਰਾਜ ਕਰਨ ਵਾਲੇ ਅਕਾਲੀ ਦਲ ਕੋਲ ਅੱਜ ਵਿਧਾਨ ਸਭਾ ਦੇ ਵਿੱਚ 3 ਤੇ ਲੋਕ ਸਭਾ ਦੇ ਵਿੱਚ 2 ਸੀਟਾਂ ਨੇ। ਡੀਐਸਜੀਐਮਸੀ ਵੀ ਹੱਥੋਂ ਨਿਕਲ ਚੁੱਕੀ ਹੈ ਤੇ ਇਸ ਮੁਸ਼ਕਲ ਦੌਰ ਦੇ ਵਿੱਚ ਜਥੇਦਾਰ ਦੀ ਸਲਾਹ ਅਕਾਲੀ ਦਲ ਦੇ ਕਿੰਨਾ ਕੰਮ ਆਵੇਗੀ, ਅਕਾਲੀ ਦਲ ਇਸ ਸਲਾਹ ਤੇ ਕਿੰਨਾ ਅਮਲ ਕਰੇਗਾ, ਇਹ ਦੇਖਣਾ ਹੋਵੇਗਾ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18। ਤਾਂ ਅੱਜ ਇਸ ਮੁੱਦੇ ਉੱਤੇ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਇਹ ਪੂਰੀ ਅੱਜ ਦੀ ਚਰਚਾ, ਇਹ ਡਿਬੇਟ ਸਿਰਫ ਅਕਾਲੀ ਦਲ ਦਾ ਜ਼ਿਕਰ ਨਹੀਂ, ਬਲਕਿ ਅਕਾਲੀ ਦਲ ਦੇ ਨਾਲ ਜ਼ਿਕਰ ਜਥੇਦਾਰ ਸਾਹਿਬ ਦੇ ਵੱਲੋਂ ਸੈਂਟਰ ਦੀ ਗਵਰਨਮੈਂਟ ਦਾ ਵੀ ਕੀਤਾ ਗਿਆ ਹੈ, ਸੂਬਿਆਂ ਦੇ ਅਧਿਕਾਰਾਂ ਦਾ ਵੀ ਕੀਤਾ ਗਿਆ, ਜੋ ਉਹਨਾਂ ਨੇ ਜ਼ਿਕਰ ਕੀਤਾ ਆਪਣੇ ਬਿਆਨ ਦੇ ਵਿੱਚ ਕਿ ਜਿਹੜੇ ਕੇਂਦਰ ਸਰਕਾਰ ਔਰ ਸੂਬਿਆਂ ਤੋਂ ਉਹਨਾਂ ਦੇ ਅਧਿਕਾਰ ਖੋ ਰਹੀ ਹੈ। ਇਸ ਕਰਕੇ ਇਹ ਦੋਵੇਂ ਬਹੁਤ ਅਹਿਮ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ। ਅਕਾਲੀ ਦਲ ਦਾ ਅਸੀਂ ਇਸ ਕਰਕੇ ਵੀ ਜ਼ਿਕਰ ਕਰ ਰਹੇ ਹਾਂ ਕਿਉਂਕਿ ਪੰਜਾਬ ਦੀ ਵੱਡੀ ਪਾਰਟੀ ਹੈ ਔਰ ਵੱਡੀ ਖੇਤਰੀ ਪਾਰਟੀ ਦੇਸ਼ ਦੀ ਇਸ ਨੂੰ ਕਿਹਾ ਜਾਂਦਾ ਹੈ। ਔਰ ਅਕਾਲੀ ਦਲ ਪੰਜਾਬ ਦੇ ਵਿੱਚ 2007 ਤੋਂ 17 ਤੱਕ ਸੱਤਾ ਦੇ ਵਿੱਚ ਰਹੀ ਹੈ ਔਰ ਮੌਜੂਦਾ ਸਮੇਂ ਦੇ ਵਿੱਚ ਅਕਾਲੀ ਦਲ ਦੇ ਕੋਲ ਵਿਧਾਨ ਸਭਾ ਦੇ ਅੰਦਰ ਸਿਰਫ 3 ਵਿਧਾਇਕ ਨੇ ਤੇ ਲੋਕ ਸਭਾ ਦਾ ਅਸੀਂ ਜ਼ਿਕਰ ਕਰੀਏ ਤਾਂ 2 MP ਨੇ,
ਜਦਕਿ ਰਾਜ ਸਭਾ ਦੇ ਵਿੱਚ ਕੋਈ ਐਮਪੀ ਨਹੀਂ ਹੈ। ਤਾਂ ਇਸ ਦੇ ਉੱਤੇ ਗੱਲਬਾਤ ਹੋਏਗੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਤੁਹਾਡਾ ਤਾਰੂਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਸਾਡੇ ਨਾਲ ਹਰਜੀਤ ਗਰੇਵਾਲ ਜੀ ਜੁੜ ਰਹੇ ਨੇ ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਸਵਾਗਤ ਹੈ ਤੁਹਾਡਾ। ਸਾਡੇ ਨਾਲ ਚਰਨਜੀਤ ਬਰਾੜ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਭਾਈ ਮਨਜੀਤ ਸਿੰਘ ਜੁੜ ਰਹੇ ਨੇ, ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਮਨਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਪਰਮਜੀਤ ਸਿੰਘ ਸਹੋਲੀ ਜੀ ਜੁੜ ਰਹੇ ਨੇ, ਸਿੱਖ ਚਿੰਤਕ ਨੇ, ਪ੍ਰਧਾਨ ਨੇ ਸੁਤੰਤਰ ਅਕਾਲੀ ਦਲ ਦੇ। ਪਰਮਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਪਹਿਲਾਂ ਅਕਾਲੀ ਦਲ ਤੋਂ। ਬਰਾੜ ਸਾਹਿਬ ਤੁਹਾਡੇ ਤੋਂ, ਜਥੇਦਾਰ ਸਾਹਿਬ ਦੀ ਅਪੀਲ ਨੂੰ, ਨਿਰਦੇਸ਼ ਨੂੰ ਨਸੀਹਤ ਹੈ ਜਾਂ ਸਲਾਹ ਹੈ, ਤੁਸੀਂ ਕੁਝ ਵੀ ਸਮਝੋ, ਕਿਵੇਂ ਅਕਾਲੀ ਦਲ ਇਸ ਨੂੰ ਦੇਖ ਰਿਹਾ ਹੈ ਕਿ ਵਾਕਈ ਹੀ ਅਕਾਲੀ ਦਲ ਅੱਜ ਮੰਥਨ ਵਾਲੀ ਸਥਿਤੀ ਦੇ ਉੱਤੇ ਖੁਦ ਨੂੰ ਦੇਖਦਾ ਹੈ ਕਿ ਜਥੇਦਾਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਧਰਮ ਵਾਲੇ ਪਾਸੇ ਨਹੀਂ, ਇੱਕ ਤਰੀਕੇ ਨਾਲ ਬਾਈਪਾਸ ਕਰਕੇ ਸੱਤਾ ਵਾਲੇ ਪਾਸੇ ਅਕਾਲੀ ਦਲ ਜਾ ਰਿਹਾ ਸੀ ਤੇ ਇਸ ਕਰਕੇ ਨੁਕਸਾਨ ਹੋ ਗਿਆ। ਦੇਖੋ, ਸਭ ਤੋਂ ਪਹਿਲਾਂ ਤਾਂ ਗੁਰੂ ਕੇ ਬਾਗ ਦਾ ਜਿਹੜਾ ਮੋਰਚਾ ਸੀ, ਇਤਿਹਾਸਕ ਮੋਰਚਾ ਸੀ, ਜਿਹਦੇ 'ਚ ਬਹੁਤ ਸਾਰੇ ਉਸ ਵੇਲੇ ਦੇ ਸਿੱਖ ਸੰਗਤਾਂ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਲੀਡਰ ਜਿਹੜੇ ਕਿ ਸ਼ਾਂਤਮਈ ਮੋਰਚੇ ਦੇ ਦੌਰਾਨ ਸੰਘਰਸ਼ ਕਰ ਰਹੇ ਸੀ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜੇਲ੍ਹਾਂ 'ਚ ਸੁੱਟੇ ਗਏ, ਸ਼ਹਾਦਤਾਂ ਵੀ ਪ੍ਰਾਪਤ ਹੋਈਆਂ ਔਰ ਜਿਹੜੇ ਕਹਿ ਸਕਦੇ ਆ ਕਿ ਬਹੁਤ ਸਾਰੀਆਂ ਤਸੀਹੇ ਵੀ ਜਿਹੜੇ ਚੱਲੇ ਔਰ ਉੱਥੋਂ ਇੱਕ ਮੈਸੇਜ ਦਿੱਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ 5ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਤੋਂ ਕਿ ਸਿੱਖ ਕੌਮ ਜਿਹੜੀ ਹੈ ਇੱਕ ਆਪਦੇ ਪਿੰਡੇ ਤੇ ਸਾਰੇ ਦਰਦ ਸਹਿ ਕੇ ਵੀ ਸ਼ਾਂਤਮਈ ਰਹਿ ਕੇ ਕਿੰਨਾ ਵੱਡਾ ਸੰਘਰਸ਼ ਲੜ ਸਕਦੀ ਆ, ਉਹ ਧਰਤੀ ਤੋਂ ਉਹ ਸੰਬੋਧਨ ਕਰ ਰਹੇ ਸੀ। ਔਰ ਉੱਥੋਂ ਬੋਲਦੇ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਉਹ ਕੀਤੀਆਂ ਔਰ ਮੈਂ 100% ਸਹਿਮਤ ਹਾਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਅਦ ਚ ਬਣਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਬਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਜਥੇਬੰਦੀ ਬਣਾਉਣ ਦੀ ਸਾਡੇ ਉਸ ਵੇਲੇ ਦੇ ਜਿਹੜੇ ਸਾਡੇ ਪੁਰਖੇ ਸੀ, ਜਿਹੜੇ ਸਾਡੇ ਉਸ ਵੇਲੇ ਦੇ ਬਜ਼ੁਰਗ ਸੀ, ਉਹਨਾਂ ਨੇ ਫੈਸਲਾ ਲਿਆ। ਇਸੇ ਕਰਕੇ ਲਿਆ ਕਿ ਸਿਆਸੀ ਜਿਹੜੇ ਮਸਲੇ ਆ ਉਹ ਨਜਿੱਠਣ ਲਈ ਸਾਨੂੰ ਇੱਕ ਸਿਆਸੀ ਜਮਾਤ ਬਣਾਉਣੀ ਪੈਣੀ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਰੇਕ ਸਿੱਖ ਸੇਧ ਲੈ ਕੇ ਚੱਲਦਾ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਵੀ ਕਿਤੇ ਕੋਈ ਮੰਨ ਲਓ ਸਿੱਖੀ ਤੇ ਭੀੜ ਪੈਂਦੀ ਆ ਜਾਂ ਸਿੱਖੀ ਨੂੰ ਕਿਤੇ ਕੋਈ ਖਤਰਾ ਲੱਗੇ ਜਾਂ ਕੋਈ ਕਮਜ਼ੋਰ ਪਵੇ ਤੇ ਮਾਨਯੋਗ ਜਥੇਦਾਰ ਸਾਹਿਬ ਹਮੇਸ਼ਾ ਸਿੱਖ ਕੌਮ ਨੂੰ ਸੇਧ ਦਿੰਦੇ ਆ ਔਰ ਸਭ ਤੋਂ ਪਹਿਲਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸੇਵਾ ਹੈਗੀ ਆ, ਚਲਾਉਂਦਾ, ਉਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਵਰਕਰ ਹੈ ਪਹਿਲਾਂ ਤੋਂ ਹੀ, ਕਿਉਂਕਿ ਇਸ ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲੀ ਹੋਈ ਜਥੇਬੰਦੀ ਹੈ ਤੇ ਤਵੱਕੋ ਵੀ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਹੋਊਗੀ। ਇਸ ਕਰਕੇ ਸਿੰਘ ਸਾਹਿਬ ਦੀ ਜਿਹੜੀ ਚਿੰਤਾ ਹੈ ਉਹ ਵਾਜਬ ਹੈ ਔਰ ਸ਼੍ਰੋਮਣੀ ਅਕਾਲੀ ਦਲ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਦਾ ਔਰ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਉਹਨਾਂ ਤੋਂ ਸੇਧ ਲੈ ਕੇ ਚੰਗਾ ਪ੍ਰੋਗਰਾਮ ਲੀਕ ਕੇ ਤੇ ਇਹਦੇ ਤੇ ਪਹਿਰਾ ਦਿੱਤਾ ਜਾਊਗਾ। ਇਸ ਕਰਕੇ ਸਵਾਗਤਯੋਗ ਬਿਆਨ ਹੈ ਸਿੰਘ ਸਾਹਿਬ ਦਾ ਜਿਹੜਾ ਵੀ ਹੈ। ਠੀਕ ਹੈ, ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, ਤੁਸੀਂ ਜ਼ਿਕਰ ਕੀਤਾ ਸਿੱਖੀ ਕਮਜ਼ੋਰ ਤੇ ਦੂਜੇ ਪਾਸੇ ਅਕਾਲੀ ਦਲ ਕਮਜ਼ੋਰ, ਕਿ ਦੋਵਾਂ ਨੂੰ ਤੁਸੀਂ ਆਪਸ ਚ ਮਿਲਾ ਕੇ ਦੇਖਦੇ ਹੋ ਜਾਂ ਵੱਖੋ ਵੱਖਰੇ ਤਰੀਕੇ ਨਾਲ ਦੇਖਦਾ ਅਕਾਲੀ ਦਲ? ਨਾ ਤੇ ਮੈਂ ਕਿਹਾ ਸਿੱਖੀ ਕਮਜ਼ੋਰ ਤੇ ਨਾ ਮੈਂ ਕਿਹਾ ਅਕਾਲੀ ਦਲ ਕਮਜ਼ੋਰ। ਮੈਂ ਇਹ ਕਿਹਾ ਕਿ ਜਿਹੜੀਆਂ ਕੋਈ ਮੰਨ ਲਓ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਸ ਪਦਵੀ ਤੇ ਬੈਠੇ ਆ ਉਸ ਨਜ਼ਰੀਏ ਨਾਲ ਉਹਨਾਂ ਨੂੰ ਲੱਗਦਾ ਕਿ ਸਿੱਖੀ 'ਚ ਪਰਪੱਕ ਹੋਣ ਲਈ ਸਾਨੂੰ ਹੋਰ ਕੰਮ ਕਰਨ ਦੀ ਲੋੜ ਹੈ, ਕਿਉਂਕਿ ਕਦੇ ਵੀ ਅਸੀਂ ਇਹ ਨਹੀਂ ਕਿ ਇੱਕ ਥਾਂ ਟਿਕ ਕੇ ਬੈਠ ਜਾਈਏ, ਸਾਨੂੰ ਅਗਲੇ ਟੀਚਿਆਂ ਵੱਲ ਨੂੰ, ਅਗਲੇ ਕਾਮਯਾਬੀਆਂ ਵੱਲ ਨੂੰ ਵਧਣਾ ਚਾਹੀਦਾ। ਔਰ ਮਾਨਯੋਗ ਜਥੇਦਾਰ ਸਾਹਿਬ ਨੇ ਉਹਦੇ ਪਿੱਛੇ ਕੀ ਸੰਦਰਭ ਨੇ, ਕਿਉਂ ਕੀ ਉਹਨਾਂ ਕੋਲੇ ਸ਼ਿਕਾਇਤਾਂ ਪਹੁੰਚੀਆਂ, ਕੀ ਉਹਨਾਂ ਨੂੰ ਸਾਹਮਣੇ ਬੈਠਿਆਂ ਨੂੰ ਦਿਖ ਰਿਹਾ, ਜਿੱਥੋਂ ਉਹ ਸਿੱਖੀ ਨੂੰ ਜਾਂ ਸਾਰੀਆਂ ਗੱਲਾਂ ਨੂੰ ਦੇਖ ਰਹੇ ਆ। ਅਸੀਂ ਉਹਨਾਂ ਦੇ ਮੂੰਹ ਚੋਂ ਨਿਕਲਿਆ ਇੱਕ ਸ਼ਬਦ, ਇੱਕ ਜਿਹੜਾ ਉਹ ਇਲਾਹੀ ਹੁਕਮ ਵਾਂਗੂ ਪਹਿਲਾਂ ਵੀ ਮੰਨਦੇ ਆਏ ਔਰ ਅੱਜ ਵੀ ਮੰਨਦੇ ਆ। ਇਸ ਕਰਕੇ ਉਹਨਾਂ ਤੋਂ ਸੇਧ ਲੈ ਕੇ ਜੋ ਵੀ ਕਰਨਾ ਪਿਆ, ਜੋ ਵੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਜਾਂ ਹੋਰ ਪਰਪੱਕਤਾ ਲਈ, ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਨੇ, ਵਰਕਰ ਸਾਹਿਬਾਨਾਂ ਨੇ ਪਹਿਲਾਂ ਵੀ ਪਹਿਰਾ ਦਿੱਤਾ, ਅੱਗੇ ਵੀ ਦੇਵਾਂਗੇ ਜੋ ਉਹ ਹੁਕਮ ਕਰਨਗੇ, ਜਿਸ ਕਿਸਮ ਦੀ ਸੇਧ ਦੇਣਗੇ। ਮਤਲਬ ਇੱਕ ਚੀਜ਼ ਕਲੀਅਰ ਕਿ ਤੁਸੀਂ ਵੈਲਕਮ ਕਰ ਰਹੇ ਹੋ, ਲਾਜ਼ਮੀ ਤੌਰ ਤੇ ਜਥੇਦਾਰ ਸਾਹਿਬ ਦਾ ਕੋਈ ਹੁਕਮ ਹੈ, ਨਸੀਹਤ ਹੈ ਜਾਂ ਫਿਰ ਸਲਾਹ ਹੈ ਤਾਂ ਉਸ ਦਾ ਵੈਲਕਮ ਹਰ ਕੋਈ ਕਰਦਾ ਹੈ। ਮੈਂ ਰੁਕ ਕਰਦਾ ਸਾਡੇ ਨਾਲ ਪਰਮਜੀਤ ਸਿੰਘ ਸਹੋਲੀ ਜੀ ਜੁੜੇ ਹੋਏ ਨੇ। ਪਰਮਜੀਤ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ ਉਮੀਦ ਕਰਦਾ ਹਾਂ। ਤੁਸੀਂ ਜਥੇਦਾਰ ਸਾਹਿਬ ਦੇ ਇਸ ਬਿਆਨ ਨੂੰ ਜੋ ਅਕਾਲੀ ਦਲ ਦੇ ਲਈ ਖਾਸ ਤੌਰ ਤੇ ਦਿੱਤਾ ਗਿਆ, ਸੁਣਵਾਇਆ ਸੀ ਕੁਝ ਪਲ ਪਹਿਲਾਂ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਸਰਾ, ਸ੍ਰੀ ਅਕਾਲ ਤਖਤ ਸਾਹਿਬ ਜਿੰਨੀ ਦੇਰ ਨਿਰਪੱਖ ਰਹੇ, ਉੱਥੋਂ ਦੇ ਜਥੇਦਾਰ ਤੇ ਉੱਥੋਂ ਦੀ ਪਦਵੀ ਦਾ ਸਤਿਕਾਰ ਉਦੋਂ ਸਮੁੱਚੀ ਕੌਮ ਨੇ, ਸਾਰੇ ਲੋਕਾਂ ਨੇ ਕਰਿਆ, ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪਈ। ਪਰ ਅੱਜ ਜਿੰਨੇ ਲੰਮੇ ਅਰਸੇ ਤੋਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਥਾਪਦੇ ਰਹੇ, ਉਹੀ ਉਹਨਾਂ ਨੂੰ ਆਪਣੀਆਂ ਕੋਠੀਆਂ 'ਚ ਬੁਲਾ ਕੇ ਉਹਨਾਂ ਨੂੰ ਹੁਕਮ ਦਿੰਦੇ ਰਹੇ ਕਿ ਹੁਣ ਕਿਸ ਤਰ੍ਹਾਂ ਚੱਲਣਾ ਹੈ, ਕੀ ਹੁਕਮ ਕਰਨਾ ਹੈ, ਕੀ ਨਹੀਂ ਕਰਨਾ, ਹੁਣ ਹੁਕਮਨਾਮਾ ਜਾਰੀ ਕਰਨਾ ਹੈ ਕਿ ਹੁਣ ਵਾਪਸ ਲੈਣਾ ਹੈ। ਸਤਿਕਾਰਯੋਗ ਬਰਾੜ ਸਾਹਿਬ ਬਾਦਲ ਦਲ ਵੱਲੋਂ ਆਏ ਨੇ, ਇਹਨਾਂ ਨੂੰ ਇਹ ਪੁੱਛ ਲਓ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਜਦੋਂ ਰਾਜ ਭਾਗ ਤੇ ਹੁੰਦੇ ਹੋ ਉਦੋਂ ਵੀ ਮੰਨਦੇ ਹੋ ਕਿ ਹੁਣ ਰਾਜ ਭਾਗ ਰਿਹਾ ਨਹੀਂ ਤਾਂ ਮੰਨਣ ਲੱਗੇ ਹੋ? ਨਾਲੇ ਦੋਵੇਂ ਪਿਓ ਪੁੱਤ ਸਰਦਾਰ ਵੱਡੇ ਬਾਦਲ ਨੂੰ ਤੇ ਸੁਖਬੀਰ ਨੂੰ ਪੁੱਛ ਕੇ ਆਏ ਹੋ ਵੀ ਮੈਂ ਉੱਥੇ ਕੀ ਕਹਾ ਕਿ ਮੈਂ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਣਾ ਜਾਂ ਬਾਦਲਾਂ ਦੇ ਤਖਤ ਦੇ ਸਨਮੁਖ ਹੋਣਾ ਹੈ? ਇਹ ਗੱਲਾਂ ਜਨਤਕ ਹੋ ਗਈਆਂ ਕਿ ਜੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਮਾਨਦਾਰੀ ਨਾਲ ਮੰਨਦੇ ਹੁੰਦੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਿਰਪੱਖਤਾ ਨਾਲ ਚੱਲਣ ਦਿੰਦੇ, ਤਾਂ ਕੌਮ ਨੂੰ ਆਹ ਬੇਨਿਸੀਅਤ ਦੇਖਣੇ ਪੈਂਦੇ। ਠੀਕ ਹੈ, ਤੁਹਾਨੂੰ ਕਿਉਂ ਲੱਗਦਾ ਹੈ ਕਿ ਜਥੇਦਾਰ ਸਾਹਿਬ ਨੂੰ ਇਹ ਅਪੀਲ ਅਕਾਲੀ ਦਲ ਨੂੰ ਕਿਉਂ ਕਰਨੀ ਪਈ? ਮੈਂ ਬਰਾੜ ਸਾਹਿਬ ਤੋਂ ਰਿਐਕਸ਼ਨ ਲਵਾਂਗਾ, ਪਰ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਹਾਡੀ ਨਜ਼ਰ ਦੇ ਨਾਲ ਕਿ ਜਥੇਦਾਰ ਸਾਹਿਬ ਨੂੰ ਅਪੀਲ ਕਰਨੀ ਕਿਉਂ ਪਈ? ਅਕਾਲੀ ਦਲ ਨੂੰ ਲੈ ਕੇ ਅਕਾਲੀ ਦਲ ਬਹੁਤ ਵੱਡੀ ਸੰਸਥਾ ਹੈ, ਬਹੁਤ ਪੁਰਾਣੀ ਸੰਸਥਾ ਹੈ। ਇਹ ਕਾਰਨ ਹੈ, ਪੁਰਾਣੀ ਸੰਸਥਾ ਜ਼ਰੂਰ ਸੀ, ਪਰ ਅੱਜ ਜਿਨ੍ਹਾਂ ਨੇ ਇਹਨੂੰ ਖੋਰਾ ਲਾਇਆ, ਜਿਹਨੇ ਇਹ ਦੋਵੇਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ, ਉਹ ਇੱਕੋ ਇੱਕ ਇਹ ਪਰਿਵਾਰ ਹੈ। ਇਹ ਪਰਿਵਾਰ ਰਾਜ ਭਾਗ ਲੈਣ ਦੇ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਹਰਬੇ ਵਰਤਦਾ ਰਿਹਾ, ਜਿਹਦੇ ਕਰਕੇ ਅੱਜ ਅਕਾਲ ਤਖਤ ਸਾਹਿਬ ਦੇ ਬੈਠਾ ਜਿਹੜਾ ਇਹਨਾਂ ਦਾ ਬਣਾਇਆ ਹੋਇਆ ਜਥੇਦਾਰ, ਉਹ ਵਿਚਾਰਾ ਕੀ ਕਰੇ? ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਤਾਂ ਸੁਣਦਾ ਨਹੀਂ ਕੋਈ, ਸਾਡੀ ਸੁਣਵਾਈ ਤਾਂ ਹੈ ਨਹੀਂ। ਹੁਣ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਕੌਮ ਨੂੰ ਜਵਾਬ ਲੈ ਕਰਕੇ ਦੇਖੋ ਕਿ ਜੇ ਕੋਈ ਸਾਡਾ ਹਾਦਾ ਨਾਰਾ ਮਾਰ। ਪਰ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਤੁਸੀਂ ਬਰਾੜ ਸਾਹਿਬ ਇਹ ਸਪਸ਼ਟ ਕਰਨ ਲੋਕਾਂ ਨੇ ਪੁੱਛਣਾ ਤੁਹਾਨੂੰ ਕਿ ਤੁਸੀਂ ਸਰਸੇ ਵਾਲੇ ਦੀਆਂ ਸਾਖਾਂ ਲਾਉਣੀਆਂ ਚਾਹੁੰਦੇ ਹੋ ਕਿ ਲੋਕਾਂ ਨੂੰ ਕਹੋਗੇ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਦੇ ਲੜ ਲੱਗੋ। ਅਕਾਲ ਤਖਤ ਸਾਹਿਬ ਦਾ, ਹਰਗੋਬਿੰਦ ਸਾਹਿਬ ਦਾ ਤਖਤ ਆਵਾਜ਼ ਦਿੰਦਾ ਕਿ ਸੱਚ ਬੋਲੋ। ਚਲੋ ਜਵਾਬ ਜ਼ਰੂਰੀ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਪਰਿਵਾਰਾਂ ਨੂੰ ਬਣਾਓ। ਮੈਂ ਪਰਮਜੀਤ ਜੀ ਤੁਹਾਡੇ ਕੋਲ ਵਾਪਸ ਆਉਣਾ। ਗਰੇਵਾਲ ਸਾਹਿਬ, ਹਰਜੀਤ ਗਰੇਵਾਲ ਜੀ ਵੀ ਵੇਟ ਕਰ ਰਹੇ ਨੇ, ਭਾਈ ਮਨਜੀਤ ਜੀ ਵੀ ਵੇਟ ਕਰ ਰਹੇ ਨੇ। ਮੈਂ ਸਰ ਤੁਹਾਡੇ ਕੋਲ ਆਵਾਂਗਾ, ਪਰ ਇੱਥੇ ਬਰਾੜ ਸਾਹਿਬ ਦਾ ਇੱਕ ਰਿਐਕਸ਼ਨ ਜ਼ਰੂਰੀ ਹੈ। ਗੌਰਵ ਜੀ, ਮੈਂ ਇੱਕ ਗੱਲ ਕਹਾਂ ਕਿ ਜਿਹੜੇ ਵੀ ਸਿੱਖ ਚਿੰਤਕ ਕਰਕੇ ਤੁਸੀਂ ਬਿਠਾਏ ਆ, ਇਹ ਸਿੱਖ ਚਿੰਤਕ ਕਿਸੇ ਧਿਰ ਦੇ ਖਿਲਾਫ ਨਹੀਂ ਹੋ ਸਕਦੇ। ਜਿਸ ਕਿਸਮ ਦਾ ਬਾਦਲ ਪਰਿਵਾਰ ਪਤੀ ਔਰ ਬਾਦਲਾਂ ਦੇ ਅਕਾਲੀ ਦਲ ਕਹਿ ਰਹੇ ਆ, ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਔਰ ਇੱਕੋ ਹੀ ਰਹੇਗਾ, ਰਹਿੰਦੀ ਦੁਨੀਆ ਤੱਕ ਇੱਕ ਰਹੇਗਾ। ਇੱਥੇ ਬੜਾ ਕੁਛ ਆਇਆ ਤੇ ਬੜਾ ਕੁਛ ਗਿਆ। ਮੈਂ ਇੱਕ ਬੇਨਤੀ ਕਰਦਿਆਂ, ਇਸ ਕਰਕੇ ਜਿਸ ਤਰ੍ਹਾਂ ਨਾਲ ਇਹ ਨਫ਼ਰਤ ਮਨ ਦੇ ਵਿੱਚ ਭਰ ਕੇ ਬੋਲ ਰਹੇ ਆ ਔਰ ਮਾਨਯੋਗ ਜਥੇਦਾਰ ਸਾਹਿਬ ਦੇ ਬਿਆਨ ਨੂੰ ਕਿਵੇਂ ਇਹ ਕਹਿ ਰਹੇ ਆ ਕਿ ਉਹਨਾਂ ਨੇ ਬੁਲਾ ਲਿਆ, ਉਹਨਾਂ ਨੇ ਦਵਾ ਲਿਆ, ਇਹ ਕਰ ਲਿਆ। ਮੇਰੀ ਇੱਕ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਈ ਵੀ ਹੁਣ 100 ਸਾਲ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਸੰਗਤ ਬਖਸ਼ਦੀ ਹੈ ਔਰ 100 ਸਾਲ ਦੀ ਸੇਵਾ ਜਿਹੜੀ ਹੈ ਉਹ ਨਿਭਾਉਂਦੇ ਆ ਰਹੇ ਆ ਔਰ ਅੱਗੇ ਪ੍ਰਮਾਤਮਾ ਜਿੰਨਾ ਚਿਰ ਚਾਹੂਗਾ ਉਹ ਲੈਂਦੇ ਰਵਾਂਗੇ। ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜੇ ਆ ਉਹ ਸਮੇਂ-ਸਮੇਂ ਤੇ ਜੋ ਹੁਕਮ ਕਰਦੇ ਰਹੇ ਆ ਉਹ ਅੱਗੇ ਵੀ ਪੁਗਾਏ ਔਰ ਅੱਗੇ ਵੀ ਪੁਗਾਵਾਂਗੇ। ਮੇਰੀ ਇੱਕ ਬੇਨਤੀ ਹੈ, ਇਹ ਗਲਤ ਤੇ ਝੂਠਾ ਪ੍ਰਚਾਰ ਹੈ ਕਿ ਬਾਦਲਾਂ ਨੇ ਕੋਠੀ 'ਚ ਬੁਲਾਇਆ ਤੇ ਫਲਾਨਾ ਤੇ ਚਲੋ ਮੈਂ ਵਾਪਸ ਆਣਾ ਸਰ ਤੁਹਾਡੇ ਕੋਲ। ਬਰਾੜ ਜੀ ਤੁਹਾਡੇ ਕੋਲ ਵੀ ਵਾਪਸ ਆਉਂਗਾ, ਸਾਬਤ ਕਰ ਸਕੀ। ਪਰਮਜੀਤ ਜੀ ਮੈਂ ਤੁਹਾਡੇ ਕੋਲ ਵੀ ਵਾਪਸ 5 ਸਾਲ ਨਾ ਤਾਂ ਸਰਕਾਰ ਨੇ ਕੋਈ ਸਾਰੇ ਨੂੰ ਐਡ ਕਰ ਲਈਏ, ਇੱਕ ਵਾਰੀ ਆਪਾਂ ਸਾਰੇ ਨੂੰ ਐਡ ਕਰ ਲਈਏ, ਪੁਆਇੰਟ ਅੱਗੇ ਵਧੀਏ ਬਿਨਾਂ ਕਿਸੇ ਗੱਲ ਤੋਂ। ਮੈਂ ਕਹਿਣਾ ਕਿ ਝੂਠ ਬੋਲ ਕੇ ਇੱਕ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਦਾ ਏਜੰਡਾ ਹੈ ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਦੀ ਲਾਈਨ 'ਚ ਖੜੇ ਹੋ ਕੇ, ਭਾਵੇਂ ਉਹ ਆਪਣੇ ਆਪ ਨੂੰ ਸਿੱਖ ਚਿੰਤਕ ਕਹਾਉਂਦੇ ਹੁਣ, ਜਿਹੜੇ ਅਕਾਲੀ ਦਲ ਦੇ ਵਿਰੋਧੀ ਹੈ, ਭਾਵੇਂ ਉਹ ਕੁਝ ਵੀ ਹੁਣ, ਮੇਰੀ ਇੱਕ ਬੇਨਤੀ ਹੈ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਜਥੇਦਾਰ ਸਾਹਿਬ ਨੇ ਅਪੀਲ, ਬੇਨਤੀ ਜਾਂ ਕਹਿ ਲਈਏ ਹੁਕਮਨਾਮਾ ਜਾਂ ਜੋ ਵੀ ਉਹਨਾਂ ਨੇ ਸ਼ਬਦ ਵਰਤੇ ਨੇ ਉਹਨਾਂ ਨੂੰ ਆਪਾਂ ਮੰਨੀਏ। ਤੇ ਅੱਜ ਇੱਥੇ ਅਕਾਲੀ ਦਲ ਦੀ ਵਿਰੋਧਤਾ ਕਿੱਧਰ ਜਾਗ ਪਈ? ਇਸ ਕਰਕੇ ਸਹੌਲੀ ਸਾਹਿਬ ਜੇ ਵਾਕਈ ਸਿੱਖ ਚਿੰਤਕ ਹੋ ਤਾਂ ਤੁਹਾਨੂੰ ਉਹਨਾਂ ਦੇ ਬਿਆਨ ਦਾ ਸਵਾਗਤ ਕਰਨਾ ਚਾਹੀਦਾ ਹੈ ਔਰ ਜੇ ਕੋਈ ਪਿੱਛੇ ਕਮੀਆਂ ਪੇਸ਼ੀਆਂ ਰਹੀਆਂ ਅਸੀਂ ਸੰਗਤ ਤੋਂ ਮਾਫੀ ਮੰਗਦੇ ਹੋਏ ਅੱਗੇ ਵਧਾਂਗੇ ਔਰ ਜੋ ਉਹਨਾਂ ਨੇ ਹੁਕਮ ਕੀਤਾ ਸੇਵਾ ਕਰਾਂਗੇ।
ਵੀ ਤੁਹਾਡੇ ਕਿੰਨੇ ਅੰਮ੍ਰਿਤਧਾਰੀ ਨੇ। ठीक है, मैं थोड़े को वापस आना सर, थोड़ा जिहा इंतजार करियो सोहनी साहब, थोड़ा जिहा इंतजार करियो, थोड़ा जिहा इंतजार करियो सर, मैं थोड़े को आ रहा बाकी सारे मेहमानों ने एक बार ऐड कर लवां प्लीज, थोड़ा जिहा समा दो मैनू। मैं भाई मनजीत सिंह जी का रुख करदा। मनजीत सिंह जी, तुसीं किवें देख रहे हो इस नूं? देखो जथेदार साहब ने अपील की है, नसीहत दी है एक तरीके नाल, तुहानूं लगदा है कि अकाली दल ने पिछले कुछ समय दे विच धर्म के उत्ते फोकस नहीं किया, खास तौर पर सियासी तौर पर फोकस किया, या सत्ता किवें हासिल की जाए उसके उत्ते फोकस किया, कि यही मतलब कढ़िया जाए जथेदार साहब के बयान का? गौरव जी, मैं बेनती करनी चाहना है कि जथेदार साहब ने जो भी सानू हुक्म किया साडे सिर मत्थे ते है, श्रोमणी अकाली दल के भी सिर मत्थे ते है, श्रोमणी गुरुद्वारा प्रबंधक कमेटी के सिर मत्थे ते है। और जी जो उन्होंने कहा है कि श्रोमणी अकाली दल नूं ये करना चाहिए है, मैं समझदा है कि पुराने समय में श्रोमणी अकाली दल जिहड़ा है वो गल दे विच ढोलकी पा के हत्थ छैड़े फड़ के पिंडों पिंडी जाके प्रोग्राम जिहड़े करदे हुंदे सी, पंथ तेरे दियां गूंजां दिनों दिन पैणगियां और झूलते निशान रहे पंथ महाराज के। और इस तरह देग तेग फतेह अकाल तख्त महान है, सिख पंथ की शान है, ये सारियां गल्लां श्रोमणी अकाली दल जिहड़ा करदा रहा, इहदा मोढी इत्थों वज्जा सी श्रोमणी अकाली दल का। सो कई बार जो साडे कोल राज आ गया, थोड़ी जी ढिल मठ साडे च आई है, ਉਹੀ सिख संगत तो माफ़ी मंगांगे जिहड़ी साडे विच ढिल मठ आई है। कुछ श्रोमणी अकाली दल के जिहड़े भी कोई साडे अहुदेदार साहबान ने, वो भी साबत सूरत चाहिए है, गात्रा चाहिए और सोहनी दस्तार चाहिए है। पिछले टाइम में साडे कुछ विंग ऐसे बन गए सी जिन्हां दे असीं मुखी जिहड़े बनाए सी, वो साबत सूरत नहीं सी, और वो सिੱਖੀ ਦੀ ਗੱਲ ਜਿਹੜੀ जिन्नी सानू करनी चाहिए सी सातों नहीं हुई। लेकिन जो उन्होंने सानू कहा है, असीं उन्हां दा हुक्म सिर मत्थे ते मनदे आं। असीं फिर मुढ़ले जिहड़े पिंड दी इकाई तो लैके और जिहड़े अपने साडे पिंड दा इकाई मन के असीं फिर उत्थों शुरू करके प्रचार नूं ते फिर उत्थों तिकरी लैके आवांगे जो साथों आस उम्मीद खालसा पंथ रखदा है। और श्रोमणी अकाली दल पंजाब की आवाज़ है, श्रोमणी अकाली दल सिख पंथ की आवाज़ है। अकाल तख्त साहब सिखां दे जिहड़े हैगे ने मनोभाव उन्हां दा प्रगटाओ करता है। और कोई भी किसी सिख नूं कंडा भी चुभ जाता है तो श्रोमणी अकाली दल श्रोमणी गुरुद्वारा प्रबंधक कमेटी नूं पीड़ आउंदी है। और पंजाब दा जे वारस गिणीए तो मैं समझदा श्रोमणी अकाली दल ही है। जे साडे च कोई घाटां आईयां ने और उन्होंने महसूस कीतियां ने, और असीं भी महसूस करते हैं कि कई घाटां साडे विच आईयां ने, जदों राज भाग आ जांदा है कई गल्लां उल्टाइयां आ जांदियां ने। लेकिन सिख जदों संघर्ष दे विच रहिंदा उदों हमेशा ही श्रोमणी अकाली दल भी तगड़ा रहिंदा, पंथ भी तगड़ा रहिंदा और श्रोमणी गुरुद्वारा प्रबंधक कमेटी भी तगड़ी रहिंदी है। सो ये दोवें जथेबंदियां जिहड़ियां ने, लोग पंजाब दे ते खालसा पंथ साडे तो तवक्को करदा है कि असीं पंजाब दे वारस हां। पंजाब दीयां लड़ाइयां श्रोमणी अकाली दल ने लड़ियां ने, पंथ दीयां लड़ाइयां लड़ियां ने, गुरुद्वारा साहब याद असीं कराए है, महंतां तो असीं छडाए है, आज़ादी की लड़ाई लड़ी है, एमरजेंसी की लड़ी है और बहुत बड़ा इतिहास है। लेकिन जे साडे च कोई कमियां पेशियां आ गई उन्हें दूर कर लांगे, दूर करनी चाहिए, क्योंकि भुल्लनहार सब को आप भुल गुरु करतार, कोई भी बंदा भुल भी सकता है और ओदा दोबारा ओदी माफी मांग के मैं उसदे उत्ते जवाब चाਹੁੰਦਾ। देखो परमजीत जी की कह रहे हैं, भाई मनजीत जी उसदे ऊपर जेकर तुसीं जवाब दे सको। परमजीत जी ये कह रहे हैं कि अकाली दल के आगुआं दी लोग सुन नहीं रहे, इस करके जथेदार साहब तो कुहाया जा रहा है। देखो श्रोमणी अकाली दल नहीं माड़ा, श्रोमणी अकाली दल नहीं माड़ा, साडे च कोई माड़ा हो सकता, साडे च कोई घाट हो सकती है और श्रोमणी अकाली दल नूं माड़ा नहीं कहना चाहिए, श्रोमणी गुरुद्वारा प्रबंधक कमेटी नूं नहीं माड़ा कहना चाहिए, श्री अकाल तख्त साहब नूं नहीं माड़ा कहना चाहिए। और अज एक इहो जिहा माहौल बन गया, प्रचार इहो जिहा करदा पिया कि ਜਿਹੜੀਆਂ ਸਾਡੀਆਂ ਇਹ ਇੰਸਟੀਟਿਊਸ਼ਨਾਂ ਨੇ, ਥੋੜੇ ਹੋਲਡ ਅਕਾਲੀ ਦਲ ਹੈ, ਪਰਮਜੀਤ ਜੀ ਤੁਹਾਡੇ ਕੋਲ ਪ੍ਰਬੰਧਕ ਕਮੇਟੀ ਹੈ, श्री अकाल तख्त साहब, मेरी थोड़ी जी बेनती सुन लो, और चीफ खालसा दीवान है, ठीक है, एक बार कंप्लीट कर लें दोनों प्लीज, चाहे ऑल इंडिया सिख स्टूडेंट फेडरेशन है, और इन्हां नूं भी इन्हां नूं खत्म करने वास्ते एक साजिश भी रची जा रही है और उस साजिश नूं भी मतलब सानूं बेनकाब करना पऊगा। ठीक है, मैं साजिश वाले पॉइंट दे उत्ते आना क्योंकि एक दिन पहला श्रोमणी अकाली दल के प्रधान सुखबीर सिंह बादल की भी इस तरीके की कोई स्टेटमेंट सी जिस दे विच ओह कह रहे सी कि
ਸੰਤਾਂ ਦੇ ਭੇਸ ਦੇ ਵਿੱਚ ਅਜਿਹੇ ਹੈ ਜੋ ਨੁਕਸਾਨ ਪਹੁੰਚਾ ਰਹੇ ਹੈ। ਪਰ ਮੈਂ ਪਹਿਲਾਂ ਰੁਕ ਕਰਦਾ, ਹਰਜੀਤ ਗਰੇਵਾਲ ਜੀ ਸਾਡੇ ਨਾਲ ਨੇ। ਗਰੇਵਾਲ ਸਾਹਿਬ, ਮੈਂ ਸਿਆਸੀ ਤੌਰ ਦੇ ਉੱਤੇ ਜਾਵਾਂ ਪਰ ਉਸ ਤੋਂ ਪਹਿਲਾਂ ਇੱਕ ਕਮੈਂਟ ਤੁਹਾਡਾ ਚਾਹਾਂਗਾ ਕਿ ਜਥੇਦਾਰ ਸਾਹਿਬ ਦੇ ਇਸ ਬਿਆਨ ਦੇ ਕੀ ਮਾਇਨੇ ਕੱਢ ਰਹੇ ਹੋ, ਕਿਉਂਕਿ ਪੰਜਾਬ ਦੀ ਸਿਆਸਤ ਨੂੰ ਤੁਸੀਂ ਵੀ ਸਮਝਦੇ ਹੋ। ਮੈਂ ਸੈਂਟਰ ਵਾਲੇ ਇਸ਼ੂ ਦੇ ਉੱਤੇ ਜਾਵਾਂਗਾ ਕਿ ਕੇਂਦਰ ਦੀ ਸਰਕਾਰ ਦੇ ਉੱਤੇ ਜੋ ਜਥੇਦਾਰ ਸਾਹਿਬ ਨੇ ਕਿਹਾ ਹੈ, ਪਰ ਉਸ ਤੋਂ ਪਹਿਲਾਂ ਇੱਕ ਸਿੱਖ ਆਗੂ ਹੋਣ ਦੇ ਨਾਤੇ ਸਿਆਸੀ ਤੌਰ ਦੇ ਉੱਤੇ ਜਥੇਦਾਰ ਸਾਹਿਬ ਦੀ ਸਟੇਟਮੈਂਟ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ ਗੌਰਵ ਜੀ, ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦਿਆਂ। ਵੈਸੇ ਤਾਂ ਅੱਜ ਦੀ ਡਿਬੇਟ ਜਿਹੜੀ ਹੈ ਇਹ ਤੁਸੀਂ ਸਾਨੂੰ ਬੁਲਾਇਆ, ਠੀਕ ਆ, ਧੰਨਵਾਦ ਤੁਹਾਡਾ। ਤੇ ਪਾਰਟੀ ਨੇ ਮੈਨੂੰ ਕਿਉਂ ਭੇਜਿਆ ਉਹ ਮੈਨੂੰ ਸਮਝ ਨਹੀਂ ਆਇਆ। ਅੱਜ ਪਹਿਲੀ ਗੱਲ ਤਾਂ ਇਹ ਹੈ ਕਿ ਬੀਜੇਪੀ ਐਜ਼ ਏ ਪਾਰਟੀ ਕਿਸੇ ਦੇ ਵੀ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜ਼ੀ ਨਹੀਂ ਕਰਦੀ, ਚਾਹੇ ਉਹ ਕੋਈ ਵੀ ਧਰਮ ਕਿਉਂ ਨਾ ਹੋਵੇ। ਸਿੱਖ ਧਰਮ ਦੀ ਗੱਲ ਅਲੱਗ ਆ, ਕਿਸੇ ਹੋਰ ਧਰਮ 'ਚ ਵੀ ਨਹੀਂ ਅਸੀਂ ਦਖਲ ਅੰਦਾਜ਼ੀ ਕਰਦੇ। ਅਸੀਂ ਸਮਾਜ ਸੇਵਾ ਦੀ ਗੱਲ ਕਰ ਸਕਦੇ ਹਾਂ, ਅਸੀਂ ਉਸ ਧਰਮ ਦੇ ਨਾਲ ਜੁੜ ਕੇ ਜਿਹੜੇ ਧਰਮ 'ਚ ਵਾਸਤਾ ਰੱਖਦੇ ਹਾਂ ਅੱਗੇ ਚੱਲ ਸਕਦੇ ਹਾਂ। ਅਸੀਂ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨੀਆਂ ਨੇ, ਨਾ ਉਹਨਾਂ 'ਚ ਦਖਲ ਅੰਦਾਜ਼ੀ ਕਰਨੀ ਆ। ਸ਼੍ਰੋਮਣੀ ਅਕਾਲੀ ਦਲ ਦਾ ਕੰਮ ਆ, ਉਹਨਾਂ ਨੇ ਕਿਸ ਤਰ੍ਹਾਂ ਉਸ ਨੂੰ ਚਲਾਉਣਾ, ਠੀਕ ਹੈ। ਸਾਨੂੰ ਉਸ ਦੇ ਵਿੱਚ ਵੀ ਦਖਲ ਅੰਦਾਜ਼ੀ ਨਹੀਂ, ਪਰ ਕਈ ਵਾਰ ਕੀ ਹੈ ਕਿ ਪੰਜਾਬ ਦੇ ਨਾਲ ਕੰਸਰਨ ਹੋਣ ਕਰਕੇ ਪੰਜਾਬ ਦੀ ਰਾਜਨੀਤਿਕ ਬੀਜੇਪੀ ਇੱਕ ਬੜੀ ਪਾਰਟੀ ਬਣਨ ਜਾ ਰਹੀ ਹੈ ਪੰਜਾਬ 'ਚ, ਤੇ ਉਹ ਵੀ ਕੋਈ ਨਾ ਕੋਈ ਚਿੰਤਾ ਕਰਨਾ ਸਾਡਾ ਵੀ ਫਰਜ਼ ਬਣਦਾ। ਉਸ ਨਜ਼ਰੀਏ ਨਾਲ ਮੈਂ ਬੋਲੂੰਗਾ। ਸਾਡੇ 'ਚ ਕਈ ਧਾਰਮਿਕ ਹਸਤੀਆਂ ਅਲੱਗ-ਅਲੱਗ ਧਰਮਾਂ ਦੀਆਂ ਹੈਗੀਆਂ ਨੇ ਬੀਜੇਪੀ 'ਚ, ਹੁਣ ਬੜੀ ਪਾਰਟੀ ਬਣ ਗਈ। ਉਹ ਆਪਣੇ ਤਰੀਕੇ ਨਾਲ ਉਸ ਧਰਮ ਦੇ ਵਿੱਚ ਕਿਸ ਤਰ੍ਹਾਂ ਵਿਵਹਾਰ ਕਰਦੀਆਂ ਨੇ, ਆਚਰਣ ਕਰਦੀਆਂ ਨੇ, ਉਹਨਾਂ ਤੇ ਡਿਪੈਂਡ ਕਰਦਾ। ਪਰ ਪਾਰਟੀ ਕੋਈ ਵੀ ਉਹਨਾਂ ਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਇਸ ਤਰ੍ਹਾਂ ਕਰੋ, ਕਿਉਂਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹਮਦਰਦੀ ਆ ਕਈ ਲੀਡਰਾਂ ਦੀ ਵਜ੍ਹਾ ਕਰਕੇ ਸਾਡੇ ਨਾਲ ਵੀ ਹੈਗੀ ਆ, ਪਰ ਉਹ ਇੰਡੀਪੈਂਡੈਂਟ ਕੰਮ ਕਰਦੀ ਆ, ਬਾਕੀ ਵੀ ਇੰਡੀਪੈਂਡੈਂਟ ਕੰਮ ਕਰਦੇ ਆ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਵੀ ਸਾਡੀ ਸਾਂਝ ਰਹੀ ਆ, ਪਰ ਉਦੋਂ ਵੀ ਅਸੀਂ ਕੋਈ ਵੀ ਸਿੱਖ ਧਰਮ ਦੇ ਮਸਲਿਆਂ 'ਚ ਦਖਲ ਨਹੀਂ ਦਿੱਤਾ। ਪਰ ਅੱਜ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਕਾਲੀ ਦਲ ਦਾ ਇਸ ਸਥਿਤੀ 'ਚ ਚਲੇ ਜਾਣਾ ਜਿਹੜਾ, ਉਹ ਮੈਂ ਸਮਝਦਾ ਕਿ ਬਹੁਤ ਬੁਰੀ ਗੱਲ ਹੋਈ ਆ। ਅਕਾਲੀ ਦਲ 'ਚ ਪਹਿਲਾਂ ਉਹਦਾ ਕਾਰਨ ਇੱਕੋ ਹੀ ਆ ਕਿ ਪਹਿਲਾਂ ਸਮੂਹਿਕ ਫੈਸਲੇ ਹੁੰਦੇ ਸੀ, ਹੁਣ ਕੁਝ ਵਿਅਕਤੀ ਫੈਸਲੇ ਲੈਣ ਲੱਗ ਗਏ ਸੀ, ਕਿਉਂਕਿ ਸਿੱਖ ਧਰਮ ਦੇ ਅੰਦਰ ਜਿਹੜਾ ਹੈਗਾ ਸਾਰੇ ਹੀ ਮਿਲ ਕੇ ਕੰਮ ਕਰਦੇ ਆ। ਉੱਚ ਬੜਾ ਜਾਂ ਛੋਟਾ ਕੋਈ ਨਹੀਂ ਹੁੰਦਾ ਇੱਥੇ, ਉਹਦੇ ਨਾਲ ਵੀ ਕੋਈ ਬੜਾ ਨਹੀਂ ਹੋ ਜਾਂਦਾ। ਤੇ ਨੀਚੇ ਅਗਰ ਅਸੀਂ ਸਫਾਈ ਦਾ ਕੰਮ ਵੀ ਕਰਦੇ ਆ ਨਾ ਗੁਰਦੁਆਰਾ ਸਾਹਿਬ 'ਚ, ਤਦ ਵੀ ਉਹ ਵਿਅਕਤੀ ਸਾਡਾ ਸਭ ਤੋਂ ਮਹਾਨ ਹੁੰਦਾ, ਬੜਾ ਹੁੰਦਾ। ਬੜੇ ਬੜੇ ਲੋਕ ਉੱਥੇ ਬਰਤਨ ਵੀ ਸਾਫ਼ ਕਰਦੇ ਆ, ਬੜੇ ਬੜੇ ਲੋਕ ਉੱਥੇ ਝਾੜੂ ਪੋਚੇ ਵੀ ਕਰਦੇ ਆ, ਤੇ ਉਹਦੇ 'ਚ ਆਪਣੀ ਮਹਾਨਤਾ ਹੁੰਦੀ ਹੈ ਉਹਨਾਂ ਦੀ ਗੁਰੂ ਘਰ ਦੀ ਸੇਵਾ ਕਰਨ 'ਚ, ਕਿਉਂਕਿ ਸੇਵਾ ਤੇ ਸਿਮਰਨ ਦਾ ਸਿਧਾਂਤ ਆ। ਤੇ ਮੈਨੂੰ ਬੜਾ ਅਫਸੋਸ ਹੋਇਆ ਜਿਸ ਸਥਿਤੀ 'ਚ ਅਕਾਲੀ ਦਲ ਇਸ ਵੇਲੇ ਚਲਾ ਗਿਆ। ਉਹਦੇ ਬਾਰੇ ਤਾਂ ਅਕਾਲੀ ਦਲ ਨੇ ਵਿਚਾਰ ਕਰਨਾ ਕਿ ਕੀ ਕਰਨਾ। ਤੇ ਬਾਕੀ ਜਿਹੜੇ ਜਥੇਦਾਰ ਸਾਹਿਬ ਕਮੈਂਟਸ ਕਰਦੇ ਆ ਕਿ ਮੈਂ ਸਮਝਦਾ ਉਹਨਾਂ ਦੀ ਨਿੱਜੀ ਰਾਏ ਹੋ ਸਕਦੀ ਹੈ, ਉਸ ਤਰ੍ਹਾਂ ਦੀ ਕੋਈ ਪਰਿਸਥਿਤੀ ਦਾ ਨਿਰਮਾਣ ਨਹੀਂ ਹੋਇਆ। ਜਿਹੜਾ ਉਹ ਕਹਿੰਦੇ ਆ ਕਿ ਮੁੱਖ ਮੰਤਰੀ ਦੀ ਕੋਈ ਹੈਸੀਅਤ ਹੀ ਨਹੀਂ ਰਹੀ ਔਰ ਸਟੇਟਾਂ ਦੇ ਸਭ ਅਧਿਕਾਰ ਖੋਲੇ, ਐਸਾ ਕੁਝ ਨਹੀਂ ਹੈ। ਉਹ ਤਾਂ ਤੁਸੀਂ ਮੁੱਖ ਮੰਤਰੀਆਂ ਦੀ ਅੱਜ ਦੀ ਸਥਿਤੀ ਤੇ ਅੱਜ ਦੀਆਂ ਸਟੇਟ ਗਵਰਨਮੈਂਟਾਂ ਤੋਂ ਵੀ ਪੁੱਛ ਸਕਦੇ ਹੋ, ਸਾਰਿਆਂ ਤੋਂ। ਐਸਾ ਕੁਝ ਨਹੀਂ ਕੀਤਾ ਜਾ ਰਿਹਾ। ਪਰ ਜੇ ਦੇਸ਼ ਦੇ ਵਿਕਾਸ ਲਈ ਸਾਰਿਆਂ ਦਾ ਸਹਿਯੋਗ ਲੈਣਾ ਹੋਵੇ ਤਾਂ ਉਹ ਜ਼ਰੂਰੀ ਹੁੰਦਾ। ਸਾਡੀ ਲੀਡਰਸ਼ਿਪ ਕੇਂਦਰ 'ਚ ਇਸ ਵੇਲੇ ਬਹੁਤ ਮਜ਼ਬੂਤ ਲੀਡਰਸ਼ਿਪ ਆ ਦੇਸ਼ ਨੂੰ ਮਿਲੀ ਹੋਈ, ਤਾਂ ਉਹ ਅੱਛੀ ਗੱਲ ਆ। ਜਥੇਦਾਰ ਸਾਹਿਬ ਨੂੰ ਤਾਂ ਉਹਨਾਂ ਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣਾ ਚਾਹੀਦਾ। ਮੈਂ ਚਲੋ ਵਾਪਸ ਆਉਣਾ ਗਰੇਵਾਲ ਸਾਹਿਬ ਤੁਹਾਡੇ ਕੋਲ, ਜਿਹੜਾ ਤੁਸੀਂ ਪੁਆਇੰਟ ਲੈ ਰਹੇ ਹੋ ਨਾ ਕੇਂਦਰ ਦੀ ਸਰਕਾਰ ਵਾਲਾ। ਦੇਖੋ ਇੱਕ ਚੀਜ਼ ਹੋਰ ਬਹੁਤ ਅਹਿਮ ਹੈ ਜੋ ਲਾਜ਼ਮੀ ਤੌਰ ਤੇ ਇੱਥੇ ਗੱਲ ਕਰਨ ਵਾਲੀ ਹੈ ਕਿ ਸਰ ਤੁਸੀਂ ਅਕਾਲੀ ਦਲ ਦੇ ਨਾਲ ਹੀ ਪੰਜਾਬ ਦੀ ਸੱਤਾ ਦੇ ਵਿੱਚ ਰਹੇ ਹੋ, ਇਸ ਕਰਕੇ ਵੀ ਤੁਸੀਂ ਅੱਜ ਦੀ ਚਰਚਾ ਦੇ ਵਿੱਚੋਂ ਤਾਂ ਜਾਣਨਾ ਚਾਹੁੰਦੇ ਹੋਣਗੇ ਲੋਕ ਕਿ ਬੀਜੇਪੀ ਇਸ ਨੂੰ ਕਿਵੇਂ ਹਲਚਲ ਨੂੰ ਦੇਖ ਰਹੀ ਹੈ। ਬਹੁਤ ਸਾਰੀਆਂ ਚਰਚਾਵਾਂ ਗੜਜੋੜ ਨੂੰ ਲੈ ਕੇ ਦੁਬਾਰਾ ਹੁੰਦੀਆਂ ਨੇ ਕਿ ਦੁਬਾਰਾ ਗੜਜੋੜ ਹੋ ਸਕਦਾ ਹੈ ਅਕਾਲੀ ਦਲ ਤੇ ਤੁਸੀਂ ਬੇਸ਼ੱਕ ਉਸ ਤੋਂ ਮੁਨਕਰ ਹੋਵੋ। ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ। ਤੇ ਅਗਲਾ ਪੁਆਇੰਟ ਇਹ ਵੀ ਹੈ ਕਿ ਜੇ ਪੰਜਾਬ ਦੀ ਸਿਆਸਤ ਇਸ ਸਮੇਂ ਕੇਂਦਰ ਦੇ ਉੱਤੇ ਨਿਸ਼ਾਨੇ ਸਾਧ ਕੇ ਚੱਲ ਰਹੀ ਹੈ ਤਾਂ ਇਸ ਕਰਕੇ ਵੀ ਤੁਹਾਡੇ ਤੋਂ ਸਵਾਲ ਹੋਣੇ ਬਣਦੇ ਸੀ। ਮੈਂ ਛੋਟਾ ਜਿਹਾ ਬ੍ਰੇਕ ਲੈਣਾ, ਪਰ ਉਸ ਤੋਂ ਪਹਿਲਾਂ ਮੈਂ ਇੱਕ ਪਰਮਜੀਤ ਜੀ ਤੁਹਾਡਾ ਰਿਐਕਸ਼ਨ ਜ਼ਰੂਰ ਚਾਹੂੰਗਾ। ਤੁਸੀਂ ਕੁਝ ਕਹਿਣਾ ਵੀ ਚਾਹ ਰਹੇ ਸੀ, ਪਰ ਪੁਆਇੰਟ ਇਹ ਵੀ ਹੈ ਕਿ ਤੁਸੀਂ ਅਕਾਲੀ ਦਲ ਦੇ ਉੱਤੇ ਹਮਲਾਵਰ ਹੋ ਜਾਂ ਤੁਸੀਂ ਅਕਾਲੀ ਦਲ ਨੂੰ ਚਲਾ ਰਹੇ ਜਿਹੜੀ ਲੋਕ ਨੇ ਉਹਨਾਂ ਦੇ ਉੱਤੇ ਹਮਲਾਵਰ ਹੋ। ਇਹ ਕਲੀਅਰ ਕਰੋ ਨਾ ਸਰ। ਤੁਸੀਂ ਲੱਗ ਰਿਹਾ ਕਿ ਬਿਲਕੁਲ ਸਿੱਧਾ ਬਾਦਲ ਪਰਿਵਾਰ ਦੇ ਉੱਤੇ ਹਮਲਾਵਰ ਨਜ਼ਰ ਆ ਰਹੇ ਹੋ।
ਜਿੰਨੀ ਦੇਰ ਸ਼੍ਰੋਮਣੀ ਅਕਾਲੀ ਦਲ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਪੱਖ ਚੱਲੀ, ਤਖ਼ਤਾਂ ਦੇ ਜਥੇਦਾਰ ਸਹਿਬਾਨ ਨਿਰਪੱਖ ਚੱਲੇ, ਉਨੀ ਦੇਰ ਮੈਂ ਤਾਂ ਕੀ ਕਿਸੇ ਵੀ ਸਿੱਖ ਦੇ ਮੂੰਹ ਚੋਂ ਇਹ ਆਵਾਜ਼ ਨਹੀਂ ਨਿਕਲੀ। ਇਹ ਆਵਾਜ਼ ਉਦੋਂ ਨਿਕਲਣ ਲੱਗੀ ਜਦੋਂ ਇਹਨਾਂ ਨੇ ਦਲ ਤੇ ਕਬਜ਼ਾ ਕਰਿਆ ਤੇ ਤਾਂ ਬਾਦਲ ਦਲ ਬਣਿਆ। ਫਿਰ ਪਿਓ ਪੁੱਤ ਤੇ ਇਹਨਾਂ ਦੇ ਘਰ 'ਚ ਜਿਵੇਂ ਚਿਕਨ 'ਚ ਕਹਿ ਦਈਏ ਇਹਨਾਂ ਦੀ ਕਿਚਨ 'ਚ ਹੁੰਦਾ ਰਿਹਾ ਸਾਰਾ ਕੁਝ, ਉੱਥੀ ਤਿਆਰੀ ਕਰਕੇ ਆਉਂਦੇ ਰਹੇ। ਤਦੇ ਦੇਖੋ ਤੁਸੀਂ ਦੇਹਧਾਰੀ ਕਿੰਨੇ ਪੈਦਾ ਹੋ ਗਏ ਇਹਨਾਂ ਦੇ ਰਾਜ ਭਾਗ 'ਚ। ਇਹ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਦੇ ਵਿੱਚਾਂ, ਸਾਡੇ ਪਰਿਵਾਰ ਵੀ ਨੇ, ਪਰ ਭਾਈ ਮਨਜੀਤ ਸਿੰਘ ਜੀ ਸੱਚ ਬੋਲ ਰਹੇ ਨੇ ਕਿ ਸਾਡੇ ਹੁੰਦੇ ਬਹੁਤ ਗਲਤੀਆਂ ਹੋਈਆਂ। ਭਾਈ ਸਾਹਿਬ ਇਹ ਵੀ ਦੱਸ ਦਿਓ ਕਿ ਦਿੱਲੀ ਦੇ ਬਾਦਲ ਦਾ ਰਾਜ ਰਿਹਾ ਕਿ ਬੇਅਦਬੀਆਂ ਕਿਹਦੇ ਹੁੰਦੇ ਹੋਈਆਂ, ਬੇਅਦਬੀਆਂ 'ਚ ਕੀ ਕੁਝ ਹੋਇਆ। ਜੇ ਰੋਸ ਪ੍ਰਗਟ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਧਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਰੋ ਰਹੇ ਸਨ। ਪਛਤਾਪ ਕਰਦੇ ਮਹਾਂਪੁਰਖ ਜਿਹੜੇ ਤੱਤੀਆਂ ਸੜਕਾਂ ਤੇ ਬੈਠੇ ਸਨ, ਉਦੋਂ ਕੋਈ ਤਖਤ ਦਾ ਜਥੇਦਾਰ, ਉਦੋਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਸੜਕ ਤੇ ਆਈ ਹੋਵੇ। ਕੀ ਤੁਸੀਂ ਬਈ ਸਿਰਫ ਰਾਜਪਾ ਕਰਨ ਨੂੰ ਹੋ, ਤੁਸੀਂ ਸਿਰਫ ਗੋਲਕ ਸੰਭਾਲਣ ਨੂੰ ਹੋ। ਉੱਥੇ ਜੇ ਕਿਸੇ ਨੇ ਗੱਲ ਕਰੀ, ਪਹਿਲਾਂ ਤਾਂ ਸਾਨੂੰ ਇਹ ਕਹਿੰਦੇ ਰਹੇ ਕਾਂਗਰਸ ਦੀ ਬੀ ਟੀਮ ਹੈ। ਜਿਹੜੇ ਜਥੇਦਾਰ ਹੁਣ ਹਰਿਆਣਾ ਕਮੇਟੀ ਦੇ ਪ੍ਰਧਾਨ ਬਣੇ ਨੇ ਦਾਤੂਵਾਲ, ਤੇ ਦੂਜੇ ਜਥੇਦਾਰਾਂ ਨੂੰ ਹੁਣ ਇਹਨਾਂ ਨੇ ਇਧਰੋਂ 9 ਮਾਸ ਦਾ ਰਿਸ਼ਤਾ ਟੁੱਟ ਗਿਆ ਬੀਜੇਪੀ ਨਾਲੋਂ। ਹੁਣ ਇਹ ਤੋਂ ਜੋੜ ਕੇ ਕਦੇ ਜਿਹੜਾ ਦਿੱਲੀ ਕਮੇਟੀ ਇਹਨਾਂ ਦੇ ਗਲਾਂ 'ਚ ਹਾਰ ਪਾਵੇ ਫਿਰ ਉਹ ਸਹੀ ਚੱਲਦੀ ਹੈ। ਤੇ ਨਹੀਂ, ਅੱਜ ਦਿੱਲੀ ਕਮੇਟੀ ਵੀ RSS ਬੀਜੇਪੀ ਦੀ ਹੋ ਗਈ। ਅੱਜ ਜਿਹੜੇ ਇੱਥੇ ਬੋਲਦੇ ਆ ਸੀ ਸਾਨੂੰ ਵੀ ਠੱਪਾ ਇਹੀ ਲਾਉਂਗੇ। ਅਸੀਂ ਹੁਣ ਬਾਦਲ ਦੇ ਟੱਬਰ ਤੋਂ ਬਾਦਲਾਂ ਤੋਂ ਲੈਣ ਜਾਇਆ ਕਰਾਂਗੇ ਮਨਜ਼ੂਰੀ ਵੀ ਹੁਣ ਅਸੀਂ ਕਾਂਗਰਸ ਦੀ ਬੀਜੇਪੀ ਤੋਂ ਹੁਣ ਅਸੀਂ ਬੀਜੇਪੀ ਦੀ ਬਣਾਂਗੇ। ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਜੋ ਚਰਚਾ ਨੂੰ ਅੱਗੇ ਵਧਾਵਾਂਗਾ। ਹਾਂ, ਮੈਨੂੰ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਹੋਏਗਾ, ਪਰ ਦੇਖੋ ਇੱਕ ਪੁਆਇੰਟ ਇਹ ਵੀ ਹੈ ਪਰਮਜੀਤ ਸਿੰਘ ਸੋਹਲੀ ਜੀ ਕਿ ਜਥੇਦਾਰ ਸਾਹਿਬ ਨੇ ਇਹ ਵੀ ਜ਼ਿਕਰ ਕੀਤਾ, ਇੱਕ ਦਿਨ ਪਹਿਲਾਂ ਹੀ ਉਹਨਾਂ ਦਾ ਬਿਆਨ ਸਾਹਮਣੇ ਆਇਆ ਕਿ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਵੀ ਕਹਿ ਕੇ ਗਏ ਕਿ ਸੰਤਾਂ ਦੇ ਭੇਸ ਦੇ ਵਿੱਚ ਕੁਝ ਨੁਕਸਾਨ ਪਹੁੰਚਾ ਰਹੇ ਨੇ ਸਿੱਖੀ ਨੂੰ। ਮੈਂ ਇਹਨਾਂ ਦੋਵੇਂ ਪੁਆਇੰਟਸ ਦੇ ਉੱਤੇ ਗੱਲਬਾਤ ਕਰਾਂਗਾ। ਜੋ ਜ਼ਿਕਰ ਪਰਮਜੀਤ ਜੀ ਕਰ ਰਹੇ ਨੇ ਉਸ ਦੇ ਉੱਤੇ ਵੀ ਗੱਲਬਾਤ ਹੋਏਗੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ।